ਸਾਰੇ ਜੀਵਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ क्रियावां करन लई ऊर्जा की जरूरत हुंदी है। जीवन लई ऊर्जा का मुख सोमा भोजन ही है। भोजन जीवन लई जरूरी है। यह हेठ लिखे ढंगां नाल साडी सहायता करता है। भोजन काम करन लई ऊर्जा प्रदान करता है। भोजन शरीर के वाधे अते विकास विच सहायता करता है। भोजन सानू बीमारियां तो बचाउंदा है। भोजन सानू तंदुरुस्त रखता है। भोजन साडे शरीर के जख्मी भागां नू ठीक करन विच सहायता करता है। ज़्यादातर भोजन पदार्थ दो या दो तो ज़्यादा वस्तुओं नू एक खास अनुपात विच मिला के तैयार किए जाते हैं। उदाहरण वजों खीर नू चौल दुध अते खंड तो बनाया जाता है। इन्हां पदार्थां जां वस्तुओं नू जिन्हां दी भोजन बनाउण लई जरूरत है समग्री जां इनग्रेडिएंट्स कहंदे हन। फूड फ्रॉम प्लांट्स पौधियां तो भोजन। पौधे साडे लई भोजन का मुख स्रोत हैं। असी सब्जियां फल दालां मसाले अनाज तेल चीनी अते चाह आदि पौधों तो ही प्राप्त करते हैं। हरे पौधे अपना भोजन आप बनाउंदे हैं। ओह अपना भोजन बनाउण लई सूरज की रोशनी कार्बन डाइऑक्साइड अते पानी दी वरतों करते हैं। पौधे अपना वाधू भोजन अपने वख-वख भागां जिवें जड़ां तना पत्ते फल अते बीजां विच जमा कर लैंदे हन। असी इन्हां भागां दी भोजन दे रूप विच वरतों करदे हां। पौधे दे ओह भाग जिहड़े साडे द्वारा भोजन दे रूप विच वरते जांदे हन खाणयोग भाग अखवाउंदे हन। आओ पौधे दे वख-वख भागां बारे जाणीए जिहड़े कि खाणयोग हन अते भोजन दे तौर ते वरते जांदे हन। जड़ां जां रूट्स गाजर मूली शलगम शकरकंदी दियां जड़ां भोजन दे रूप विच वरतियां जांदियां हन। गाजर शकरकंदी मूली शलगम ये तुसी फिगर्स दे विच वेख सकदे हो। फल फ्रूट्स फल चंगी सेहत लई जरूरी हैं। यह विटामिन अते खनिज पदार्थां दे मुख स्रोत हैं। सेब अंब अमरूद पपीता संतरा आदि फल कच्चे ही खाधे जाते हैं। अंब अमरूद सेब केला संतरा अंगूर कुछ फलों की वरतों अचार मुरब्बा अते जूस आदि बना के भी की जाती है। तना जां स्टेम कई पौधों का तना भोजन के रूप विच वरत्या जाता है। अदरक आलू प्याज हल्दी आदि तने दियां अजिहियां उदाहरणां हैं जो कि धरती के हेठां वल फैलदियां हैं अते भोजन जमा करदियां हैं। गन्ने के तने नू जूस खंड अते गुड़ बनाउण लई वरत्या जाता है। अदरक अते हल्दी के तने नू मसालियां वजों वरत्या जाता है। अदरक गन्ना हल्दी आलू
ਪੱਤੇ ਜਾਂ ਲੀਵਸ। ਅਸੀਂ ਕੁਝ ਪੌਦਿਆਂ ਦੇ ਪੱਤਿਆਂ ਜਿਵੇਂ ਸਰੋਂ, ਪਾਲਕ, ਬੰਦ ਗੋਭੀ, ਧਨੀਆ, ਪੁਦੀਨਾ ਆਦਿ ਨੂੰ ਸਬਜ਼ੀਆਂ ਬਣਾਉਣ ਲਈ ਵਰਤਦੇ ਹਾਂ। ਸਰੋਂ, ਬੰਦ ਗੋਭੀ, ਧਨੀਆ, ਪੁਦੀਨਾ। ਬੀਜ ਸੀਡਸ। ਕਈ ਪੌਦਿਆਂ ਦੇ ਬੀਜ ਵੀ ਭੋਜਨ ਵਜੋਂ ਵਰਤੇ ਜਾਂਦੇ ਹਨ। ਬੀਜਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਭੋਜਨ ਬਣਾਉਣ ਲਈ ਵਰਤਿਆ ਜਾਂਦਾ ਹੈ। ਅਸੀਂ ਕੁਝ ਫਸਲਾਂ ਦੇ ਬੀਜਾਂ ਜਿਵੇਂ ਛੋਲਿਆਂ ਦੇ ਬੀਜ, ਮੂੰਗੀ, ਰਾਜਮਾ, ਮਟਰ ਆਦਿ ਨੂੰ ਦਾਲਾਂ ਦੇ ਰੂਪ ਵਿੱਚ ਵਰਤਦੇ ਹਾਂ। ਰਾਜਮਾ, ਮਟਰ, ਮੂੰਗੀ, ਛੋਲੇ। ਕੁਝ ਫਸਲਾਂ ਜਿਵੇਂ ਮੱਕੀ, ਕਣਕ, ਚਾਵਲ ਆਦਿ ਦੇ ਬੀਜਾਂ ਦੀ ਵਰਤੋਂ ਅਨਾਜ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਕਣਕ, ਮੱਕੀ, ਚਾਵਲ। ਕਣਕ ਦੇ ਆਟੇ ਦੀ ਵਰਤੋਂ ਰੋਟੀ, ਬ੍ਰੈਡ ਅਤੇ ਬਿਸਕੁਟ ਬਣਾਉਣ ਲਈ ਕੀਤੀ ਜਾਂਦੀ ਹੈ। ਧਨੀਆ, ਜੀਰਾ ਅਤੇ ਕਾਲੀ ਮਿਰਚ ਦੇ ਬੀਜਾਂ ਨੂੰ ਰਸੋਈ ਵਿੱਚ ਭੋਜਨ ਬਣਾਉਣ ਸਮੇਂ ਮਸਾਲੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਸਰੋਂ ਦੇ ਬੀਜਾਂ ਦੇ ਤੇਲ ਦੀ ਵੀ ਵਰਤੋਂ ਭੋਜਨ ਪਦਾਰਥ ਬਣਾਉਣ ਸਮੇਂ ਕੀਤੀ ਜਾਂਦੀ ਹੈ। ਫੂਡ ਫਰੋਮ ਐਨੀਮਲਸ। ਜੰਤੂਆਂ ਤੋਂ ਭੋਜਨ। ਪੌਦਿਆਂ ਦੀ ਤਰ੍ਹਾਂ ਹੀ ਅਸੀਂ ਕੁਝ ਪ੍ਰਕਾਰ ਦੇ ਭੋਜਨ ਪਦਾਰਥਾਂ ਨੂੰ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਦੁੱਧ, ਸ਼ਹਿਦ, ਮੀਟ, ਆਂਡੇ, ਤੇਲ ਆਦਿ। ਦੁੱਧ, ਮਿਲਕ। ਦੁੱਧ ਨੂੰ ਸੰਸਾਰ ਭਰ ਵਿੱਚ ਭੋਜਨ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਕਈ ਪ੍ਰਕਾਰ ਦੇ ਉਤਪਾਦ ਜਿਵੇਂ ਮੱਖਣ, ਪਨੀਰ, ਦਹੀਂ, ਕਰੀਮ, ਆਈਸਕ੍ਰੀਮ ਆਦਿ ਬਣਾਏ ਜਾਂਦੇ ਹਨ। ਇਹਨਾਂ ਫਿਗਰਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਨੀਰ ਅਤੇ ਆਈਸਕ੍ਰੀਮ। ਇਹ ਹੈ ਮੱਖਣ। ਅਸੀਂ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਦੇ ਦੁੱਧ ਦੀ ਵਰਤੋਂ ਕਰਦੇ ਹਾਂ। ਦੁੱਧ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ ਅਤੇ ਵਿਟਾਮਿਨ ਹੁੰਦੇ ਹਨ। ਇਹ ਤੱਤ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਂਡੇ ਜਾਂ ਐਗਸ। ਆਂਡੇ ਆਮ ਹੀ ਭੋਜਨ ਵਜੋਂ ਵਰਤੇ ਜਾਂਦੇ ਹਨ। ਅਸੀਂ ਮੁਰਗੀਆਂ ਅਤੇ ਬਤਕਾਂ ਦੇ ਆਂਡਿਆਂ ਨੂੰ ਭੋਜਨ ਦੇ ਰੂਪ ਵਿੱਚ ਵਰਤਦੇ ਹਾਂ। ਆਂਡੇ ਦਾ ਬਾਹਰੀ ਭਾਗ ਚਿੱਟੇ ਰੰਗ ਦਾ ਹੁੰਦਾ ਹੈ, ਜਿਸ ਨੂੰ ਐਲਬਿਊਮਿਨ ਕਿਹਾ ਜਾਂਦਾ ਹੈ। ਇਸ ਭਾਗ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ। ਆਂਡੇ ਦੇ ਵਿਚਕਾਰ ਵਾਲੇ ਪੀਲੇ ਰੰਗ ਦੇ ਭਾਗ ਨੂੰ ਜਰਦੀ ਯੋਕ ਕਿਹਾ ਜਾਂਦਾ ਹੈ ਅਤੇ ਇਸ ਭਾਗ ਵਿੱਚ ਚਰਬੀ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਇਹ ਅਸੀਂ ਵੇਖ ਸਕਦੇ ਹਾਂ ਜੋ ਆਂਡੇ ਦਾ ਜੋ ਚਿੱਟੇ ਰੰਗ ਦਾ ਜੋ ਪਦਾਰਥ ਹੈ ਉਸ ਨੂੰ ਐਲਬਿਊਮਿਨ ਕਿਹਾ ਜਾਂਦਾ ਹੈ। ਇਸ ਦੇ ਵਿੱਚ ਪ੍ਰੋਟੀਨ ਜੋ ਹੈ ਉਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਜੋ ਪੀਲੇ ਰੰਗ ਦਾ ਹੈ ਉਸ ਨੂੰ ਜਰਦੀ ਜਾਂ ਯੋਕ ਕਿਹਾ ਜਾਂਦਾ ਹੈ ਤੇ ਇਸ ਦੇ ਵਿੱਚ ਚਰਬੀ ਜੋ ਹੈ ਉਹ ਪੀਲੇ ਰੰਗ ਵਾਲੇ ਪਦਾਰਥ ਦੇ ਵਿੱਚ ਆਂਡੇ ਦੇ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ। ਮੀਟ। ਜਾਨਵਰਾਂ ਦੇ ਮਾंस ਜਿਸ ਨੂੰ ਭੋਜਨ ਵਜੋਂ ਵਰਤਿਆ ਜਾਂਦਾ ਹੈ ਨੂੰ ਮੀਟ ਕਹਿੰਦੇ ਹਨ। ਮੀਟ ਵਿੱਚ ਪ੍ਰੋਟੀਨ ਅਤੇ ਚਰਬੀ ਕਾਫੀ ਮਾਤਰਾ ਵਿੱਚ ਹੁੰਦੇ ਹਨ। ਬੱਕਰੇ, ਭੇਡ, ਮੱਛੀ ਅਤੇ ਮੁਰਗੇ ਦੇ ਮੀਟ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸਮੁੰਦਰੀ ਜਾਨਵਰ ਜਿਵੇਂ ਝੀਂਗਾ ਅਤੇ ਕੇਕੜਾ। ਝੀਂਗੇ ਦੀ ਇੰਗਲਿਸ਼ ਹੁੰਦੀ ਹੈ ਝੀਂਗਾ ਦੀ ਪ੍ਰੌਨ ਅਤੇ ਕੇਕੜੇ ਦੀ ਇੰਗਲਿਸ਼ ਹੁੰਦੀ ਹੈ ਕੇਕੜਾ, ਕ੍ਰੈਬ ਆਦਿ ਨੂੰ ਵੀ ਭੋਜਨ ਵਜੋਂ ਵਰਤਿਆ ਜਾਂਦਾ ਹੈ। ਨੈਕਸਟ ਹੈ ਸ਼ਹਿਦ ਜਾਂ ਹਨੀ। ਸ਼ਹਿਦ ਨੂੰ ਪੁਰਾਤਨ ਸਮੇਂ ਤੋਂ ਹੀ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੈ। ਇਸ ਨੂੰ ਦਵਾਈ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਸ਼ਹਿਦ ਮਧੂਮੱਖੀਆਂ ਦੁਆਰਾ ਪੈਦਾ ਕੀਤਾ ਗਿਆ ਇੱਕ ਮਿੱਠਾ ਅਤੇ ਗਾੜਾ ਦਰਵ ਹੁੰਦਾ ਹੈ। ਮਧੂਮੱਖੀਆਂ
ਫੁੱਲਾਂ ਤੋਂ ਰਸ ਨੂੰ ਇੰਗਲਿਸ਼ ਦੇ ਵਿੱਚ ਨੈਕਟਰ ਕਿਹਾ ਜਾਂਦਾ ਹੈ, ਇਕੱਠਾ ਕਰਕੇ ਇਸ ਨੂੰ ਸ਼ਹਿਦ ਵਿੱਚ ਬਦਲ ਦਿੰਦੀਆਂ ਹਨ ਅਤੇ ਇਸ ਸ਼ਹਿਦ ਨੂੰ ਆਪਣੇ ਛੱਤਿਆਂ ਵਿੱਚ ਜਮ੍ਹਾਂ ਕਰ ਲੈਂਦੀਆਂ ਹਨ। ਇਹ ਅਸੀਂ ਵੇਖ ਸਕਦੇ ਹਾਂ ਮਧੂਮੱਖੀਆਂ ਦਾ ਛੱਤਾ। ਸ਼ਹਿਦ ਵਿੱਚ ਕਾਰਬੋਹਾਈਡਰੇਟਸ, ਪਾਣੀ, ਖਣਿਜ ਪਦਾਰਥ, ਐਂਜ਼ਾਈਮ ਅਤੇ ਵਿਟਾਮਿਨ ਹੁੰਦੇ ਹਨ। ਜਾਨਵਰ ਕੀ ਖਾਂਦੇ ਹਨ? ਜਾਨਵਰ ਆਪਣਾ ਭੋਜਨ ਆਪ ਨਹੀਂ ਬਣਾਉਂਦੇ, ਉਹ ਆਪਣੇ ਭੋਜਨ ਲਈ ਪੌਦਿਆਂ ਅਤੇ ਹੋਰ ਜੰਤੂਆਂ ਉੱਪਰ ਨਿਰਭਰ ਕਰਦੇ ਹਨ, ਜਦੋਂ ਕਿ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ ਆਪਣਾ ਭੋਜਨ ਆਪ ਬਣਾਉਂਦੇ ਹਨ। ਇਸ ਲਈ ਪੌਦਿਆਂ ਨੂੰ ਸਵੈ-ਪੋਸ਼ੀ ਕਿਹਾ ਜਾਂਦਾ ਹੈ। ਜਾਨਵਰ ਆਪਣਾ ਭੋਜਨ ਆਪ ਬਣਾਉਣ ਦੇ ਯੋਗ ਨਹੀਂ ਹੁੰਦੇ, ਜਿਸ ਕਾਰਨ ਇਹ ਭੋਜਨ ਲਈ ਪੌਦਿਆਂ ਅਤੇ ਦੂਸਰੇ ਜੰਤੂਆਂ ਉੱਪਰ ਨਿਰਭਰ ਕਰਦੇ ਹਨ। ਇਹਨਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ। ਆਓ ਹੁਣ ਵੱਖ-ਵੱਖ ਜਾਨਵਰਾਂ ਦੀਆਂ ਭੋਜਨ ਸੰਬੰਧੀ ਆਦਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਭੋਜਨ ਸੰਬੰਧੀ ਆਦਤਾਂ ਵਿੱਚ ਭਿੰਨਤਾ ਦੇ ਆਧਾਰ ਤੇ ਜਾਨਵਰਾਂ ਨੂੰ ਹੇਠ ਲਿਖੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਸ਼ਾਕਾਹਾਰੀ ਹਰਬੀਵੋਰਸ ਸ਼ਾਕਾਹਾਰੀ ਅਜਿਹੇ ਜਾਨਵਰ ਜਿਹੜੇ ਕੇਵਲ ਪੌਦਿਆਂ ਜਾਂ ਪੌਦਿਆਂ ਤੋਂ ਪ੍ਰਾਪਤ ਉਤਪਾਦਾਂ ਨੂੰ ਹੀ ਖਾਂਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ। ਮਾਸਾਹਾਰੀ ਕਾਰਨੀਵੋਰਸ ਅਜਿਹੇ ਜਾਨਵਰ ਜਿਹੜੇ ਆਪਣੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਸ਼ੇਰ, ਚੀਤਾ, ਸੱਪ ਆਦਿ। ਮਾਸਾਹਾਰੀ ਜਾਨਵਰ ਭੇੜੀਆ। ਮਾਸਾਹਾਰੀ ਜਾਨਵਰ ਸ਼ੇਰ। ਸਰਬ ਆਹਾਰੀ ਓਮਨੀਵੋਰਸ ਜਿਹੜੇ ਜਾਨਵਰ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਦੋਵਾਂ ਉੱਪਰ ਨਿਰਭਰ ਕਰਦੇ ਹਨ ਨੂੰ ਸਰਬ ਆਹਾਰੀ ਕਿਹਾ ਜਾਂਦਾ ਹੈ। ਉਦਾਹਰਣ ਕਾਂ, ਰਿੱਛ, ਕੁੱਤਾ, ਚੂਹਾ ਆਦਿ। ਇਹ ਅਸੀਂ ਵੇਖ ਸਕਦੇ ਹਾਂ ਕਾਂ ਦਾਣੇ ਖਾਂਦੇ ਹੋਏ ਤੇ ਇਹ ਥੱਲੇ ਜੋ ਹੈ ਕਾਂ ਮਾंस ਖਾਂਦੇ ਹੋਏ। ਸਰਬ ਆਹਾਰੀ ਜਾਨਵਰ ਦੀ ਉਦਾਹਰਣ। ਮੁੱਖ ਸ਼ਬਦ ਸਮੱਗਰੀ ਭੋਜਨ ਪਦਾਰਥ ਬਣਾਉਣ ਲਈ ਜ਼ਰੂਰੀ ਵਸਤਾਂ। ਖਾਣਯੋਗ ਭਾਗ ਪੌਦੇ ਦੇ ਉਹ ਭਾਗ ਜਿਨ੍ਹਾਂ ਨੂੰ ਖਾਧਾ ਜਾ ਸਕਦਾ ਹੈ। ਦਾਲਾਂ ਕੁਝ ਫਸਲਾਂ ਦੇ ਬੀਜ ਜਿਵੇਂ ਛੋਲੇ, ਮਟਰ, ਮੂੰਗੀ। ਅਨਾਜ ਘਾਹ ਰੂਪੀ ਫਸਲਾਂ ਦੇ ਬੀਜ ਜਿਵੇਂ ਕਣਕ, ਚਾਵਲ, ਮੱਕੀ ਆਦਿ। ਜਰਦੀ ਆਂਡੇ ਦਾ ਪੀਲਾ ਭਾਗ। ਰਸ ਨੈਕਟਰ ਫੁੱਲਾਂ ਵਿੱਚ ਮੌਜੂਦ ਮਿੱਠਾ ਤਰਲ ਪਦਾਰਥ। ਸਵੈ-ਪੋਸ਼ੀ ਅਜਿਹੇ ਪ੍ਰਾਣੀ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਹਨ। ਪਰਪੋਸ਼ੀ ਅਜਿਹੇ ਪ੍ਰਾਣੀ ਜਿਹੜੇ ਆਪਣੇ ਭੋਜਨ ਲਈ ਦੂਸਰਿਆਂ ਉੱਪਰ ਨਿਰਭਰ ਕਰਦੇ ਹਨ। ਸ਼ਾਕਾਹਾਰੀ ਜਿਹੜੇ ਜੰਤੂ ਭੋਜਨ ਲਈ ਪੌਦਿਆਂ ਉੱਪਰ ਨਿਰਭਰ ਕਰਦੇ ਹਨ। ਮਾਸਾਹਾਰੀ ਜਿਹੜੇ ਜੰਤੂ ਭੋਜਨ ਲਈ ਦੂਸਰੇ ਜਾਨਵਰਾਂ ਉੱਪਰ ਨਿਰਭਰ ਕਰਦੇ ਹਨ। ਸਰਬ ਆਹਾਰੀ ਜਿਹੜੇ ਜੰਤੂ ਭੋਜਨ ਲਈ ਪੌਦਿਆਂ ਅਤੇ ਜਾਨਵਰਾਂ ਦੋਵਾਂ ਉੱਪਰ ਨਿਰਭਰ ਕਰਦੇ ਹਨ। ਯਾਦ ਰੱਖਣ ਯੋਗ ਗੱਲਾਂ। ਸਜੀਵਾਂ ਕੋਲ ਊਰਜਾ ਦਾ ਇੱਕ ਮਾਤਰ ਉਪਲਬਧ ਸਰੋਤ ਕੇਵਲ ਭੋਜਨ ਹੀ ਹੈ। ਅਸੀਂ ਆਪਣਾ ਭੋਜਨ ਪੌਦਿਆਂ ਅਤੇ ਜੰਤੂਆਂ ਦੋਵਾਂ ਤੋਂ ਪ੍ਰਾਪਤ ਕਰਦੇ ਹਾਂ।
ਪੌਦਿਆਂ ਤੋਂ ਅਸੀਂ ਸਬਜ਼ੀਆਂ, ਫਲ, ਦਾਲਾਂ, ਮਸਾਲੇ, ਅਨਾਜ, ਤੇਲ ਅਤੇ ਚਾਹ ਆਦਿ ਪ੍ਰਾਪਤ ਕਰਦੇ ਹਾਂ। ਪੌਦਿਆਂ ਦੇ ਵੱਖ-ਵੱਖ ਭਾਗ ਜਿਵੇਂ ਜੜਾਂ, ਤਣਾ, ਫਲ, ਪੱਤੇ ਅਤੇ ਬੀਜ ਭੋਜਨ ਦੇ ਤੌਰ ਤੇ ਵਰਤੇ ਜਾਂਦੇ ਹਨ। ਪੌਦਿਆਂ ਦੀ ਤਰ੍ਹਾਂ ਜਾਨਵਰਾਂ ਤੋਂ ਵੀ ਅਸੀਂ ਭੋਜਨ ਪ੍ਰਾਪਤ ਕਰਦੇ ਹਾਂ। ਅਸੀਂ ਜਾਨਵਰਾਂ ਤੋਂ ਦੁੱਧ, ਸ਼ਹਿਦ, ਮੀਟ, ਆਂਡੇ, ਤੇਲ ਆਦਿ ਪ੍ਰਾਪਤ ਕਰਦੇ ਹਾਂ। ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਸਹਾਇਤਾ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਇਸ ਲਈ ਇਹਨਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ। ਜਾਨਵਰ ਆਪਣੇ ਭੋਜਨ ਲਈ ਪੌਦਿਆਂ ਜਾਂ ਦੂਸਰੇ ਜਾਨਵਰਾਂ ਉੱਪਰ ਨਿਰਭਰ ਕਰਦੇ ਹਨ, ਇਸ ਲਈ ਇਹਨਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ। ਜੰਤੂ ਵੱਖ-ਵੱਖ ਪ੍ਰਕਾਰ ਦੇ ਭੋਜਨ ਪਦਾਰਥ ਖਾਂਦੇ ਹਨ। ਕੁਝ ਜੰਤੂ ਪੌਦਿਆਂ ਉੱਪਰ ਨਿਰਭਰ ਕਰਦੇ ਹਨ, ਜਦੋਂ ਕਿ ਕੁਝ ਦੂਸਰੇ ਜਾਨਵਰਾਂ ਨੂੰ ਹੀ ਭੋਜਨ ਦੇ ਰੂਪ ਵਿੱਚ ਖਾਂਦੇ ਹਨ। ਜਿਹੜੇ ਜਾਨਵਰ ਕੇਵਲ ਪੌਦਿਆਂ ਜਾਂ ਪੌਦਿਆਂ ਤੋਂ ਪ੍ਰਾਪਤ ਉਤਪਾਦ ਹੀ ਖਾਂਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ। ਜਿਹੜੇ ਜਾਨਵਰ ਭੋਜਨ ਲਈ ਦੂਸਰੇ ਜਾਨਵਰਾਂ ਨੂੰ ਖਾਂਦੇ ਹਨ, ਉਹਨਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ। ਜਿਹੜੇ ਜਾਨਵਰ ਭੋਜਨ ਲਈ ਪੌਦਿਆਂ ਅਤੇ ਦੂਸਰੇ ਜਾਨਵਰ ਦੋਵਾਂ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ਸਰਬ ਆਹਾਰੀ ਕਿਹਾ ਜਾਂਦਾ ਹੈ।